21ਵੀਂ ਸਦੀ ਦਾ ਕਾਰੋਬਾਰ ਰਾਬਰਟ ਟੀ ਕਿਓਸਾਕੀ ਅਧਿਆਇ 5 ਉਦਮੀ ਦੀ ਮਾਨਸਿਕਤਾ। ਕਾਲਜ ਪੂਰਾ ਕਰਨ ਤੋਂ ਬਾਅਦ ਮੈਂ MBA ਕਰਨ ਲਈ ਇੱਕ ਰਵਾਇਤੀ ਬਿਜ਼ਨਸ ਸਕੂਲ ਵਿੱਚ ਨਾਂ ਲਿਖਾ ਲਿਆ ਤਾਂ ਜੋ ਮੈਂ ਇੱਕ ਸਿਖਲਾਈ ਪ੍ਰਾਪਤ ਅਤੇ ਸਿੱਖਿਅਤ ਉਦਮੀ ਬਣ ਸਕਾਂ। ਬਹਰਹਾਲ 9 ਮਹੀਨਿਆਂ ਬਾਅਦ ਹੀ ਮੈਂ ਬਿਜ਼ਨਸ ਸਕੂਲ ਛੱਡ ਦਿੱਤਾ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉੱਥੋਂ ਨਿਕਲਣ ਸਮੇਂ ਮੈਨੂੰ MBA ਦੀ ਡਿਗਰੀ ਨਹੀਂ ਸੀ ਮਿਲੀ। ਅੱਜ ਕੱਲ੍ਹ ਬਿਜ਼ਨਸ ਸਕੂਲ ਮੈਨੂੰ ਅਕਸਰ ਉਦਮਤਾ ਦੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਸਾਹਮਣੇ ਭਾਸ਼ਣ ਦੇਣ ਲਈ ਸੱਦਾ ਦੇਣ ਲੱਗੇ ਹਨ। ਮੈਨੂੰ ਸ਼ਾਇਦ ਇਹ ਦੱਸਣ ਦੀ ਕੋਈ ਲੋੜ ਵੀ ਨਹੀਂ ਹੈ ਕਿ ਕਈ ਵਾਰ ਇਹ ਮੈਨੂੰ ਬੜਾ ਅਜੀਬ ਲੱਗਦਾ ਹੈ। ਇਹ ਵਿਦਿਆਰਥੀ ਅਕਸਰ ਮੈਨੂੰ ਜਿਹੜੇ ਆਮ ਸਵਾਲ ਪੁੱਛਦੇ ਹਨ ਉਹ ਇੰਜ ਹੁੰਦੇ ਹਨ, ਮੈਨੂੰ ਨਿਵੇਸ਼ਕ ਕਿੱਥੋਂ ਮਿਲਣਗੇ ਅਤੇ ਮੈਂ ਪੂੰਜੀ ਕਿਵੇਂ ਇਕੱਤਰ ਕਰਾਂਗਾ। ਮੈਂ ਇਹਨਾਂ ਸਵਾਲਾਂ ਨੂੰ ਬਾਖੂਬੀ ਸਮਝਦਾ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਬੜਾ ਤੰਗ ਕੀਤਾ ਸੀ ਜਦੋਂ ਮੈਂ ਰਵਾਇਤੀ ਨੌਕਰੀ ਦੀ ਸੁਰੱਖਿਆ ਨੂੰ ਛੱਡ ਕੇ ਆਪ ਉਦਮੀ ਬਣ ਗਿਆ ਸੀ। ਨਾ ਤਾਂ ਮੇਰੇ ਕੋਲ ਪੈਸੇ ਸਨ ਅਤੇ ਨਾ ਹੀ ਕੋਈ ਮੇਰੇ ਕਾਰੋਬਾਰ ਵਿੱਚ ਨਿਵੇਸ਼ ਕਰਨਾ ਚਾਹੁੰਦਾ ਸੀ। ਵੱਡੀਆਂ ਵੈਂਚਰ ਕੈਪੀਟਲ ਫਰਮਾਂ ਮੇਰੇ ਦਰਵਾਜ਼ੇ ਉੱਤੇ ਦਸਤਕ ਨਹੀਂ ਸੀ ਦਿੰਦੀਆਂ। ਤਾਂ ਮੈਂ ਬਿਜ਼ਨਸ ਸਕੂਲ ਦੇ ਇਹਨਾਂ ਵਿਦਿਆਰਥੀਆਂ ਨੂੰ ਕੀ ਜਵਾਬ ਦਿੰਦਾ ਹਾਂ? ਮੈਂ ਉਹਨਾਂ ਨੂੰ ਕਹਿੰਦਾ ਹਾਂ, ਤੁਸੀਂ ਬਸ ਇਸ ਨੂੰ ਕਰ ਦਿੰਦੇ ਹੋ। ਤੁਸੀਂ ਇਸ ਨੂੰ ਇਸ ਲਈ ਕਰਦੇ ਹੋ ਕਿਉਂਕਿ ਤੁਹਾਨੂੰ ਇਹ ਕਰਨਾ ਹੀ ਹੁੰਦਾ ਹੈ। ਜੇਕਰ ਤੁਸੀਂ ਇੰਜ ਨਹੀਂ ਕਰਦੇ ਤਾਂ ਕਾਰੋਬਾਰ ਤੋਂ ਬਾਹਰ ਹੋ ਜਾਂਦੇ ਹੋ। ਅੱਜ ਹਾਲਾਂਕਿ ਮੇਰੇ ਕੋਲ ਕਾਫੀ ਪੈਸਾ ਹੈ ਲੇਕਿਨ ਮੈਂ ਸਿਰਫ ਪੂੰਜੀ ਜਟਾਉਂਦਾ ਹਾਂ। ਕਿਸੇ ਉਦਮੀ ਲਈ ਇਹ ਨੰਬਰ 1 ਕੰਮ ਹੈ। ਅਸੀਂ 3 ਸਮੂਹਾਂ ਤੋਂ ਪੂੰਜੀ ਜਟਾਉਂਦੇ ਹਾਂ: ਗ੍ਰਾਹਕ, ਨਿਵੇਸ਼ਕ ਅਤੇ ਕਰਮਚਾਰੀ। ਉਦਮੀ ਦੇ ਤੌਰ ਤੇ ਤੁਹਾਡਾ ਕੰਮ ਗ੍ਰਾਹਕਾਂ ਨੂੰ ਆਪਣੇ ਪ੍ਰੋਡਕਟਸ ਖਰੀਦਣ ਵਾਸਤੇ ਪ੍ਰੇਰਿਤ ਕਰਨਾ ਹੈ। ਜੇਕਰ ਤੁਹਾਨੂੰ ਗਾਹਕ ਮਿਲ ਸਕਣ ਜਿਹੜੇ ਤੁਹਾਡੇ ਪ੍ਰੋਡਕਟਸ ਨੂੰ ਖਰੀਦਣ ਬਦਲੇ ਤੁਹਾਨੂੰ ਪੈਸਾ ਦੇਣ ਤਾਂ ਤੁਹਾਡੇ ਨਿਵੇਸ਼ਕ ਤੁਹਾਨੂੰ ਬੜਾ ਸਾਰਾ ਪੈਸਾ ਦੇਣਗੇ ਅਤੇ ਜੇਕਰ ਤੁਹਾਡੇ ਕੋਲ ਕਰਮਚਾਰੀ ਹਨ ਤਾਂ ਤੁਹਾਡਾ ਕੰਮ ਉਹਨਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੋਂ ਘੱਟੋ ਘੱਟ 10 ਗੁਣਾ ਜ਼ਿਆਦਾ ਉਤਪਾਦਨ ਕਰਾਉਣਾ ਹੈ। ਜੇਕਰ ਤੁਸੀਂ ਆਪਣੇ ਕਰਮਚਾਰੀਆਂ ਤੋਂ ਉਹਨਾਂ ਦੀ ਤਨਖਾਹ ਦਾ 10 ਗੁਣਾ ਉਤਪਾਦਨ ਨਹੀਂ ਕਰਵਾ ਸਕਦੇ ਤਾਂ ਤੁਸੀਂ ਕਾਰੋਬਾਰ ਤੋਂ ਬਾਹਰ ਹੋ ਜਾਂਦੇ ਹੋ ਅਤੇ ਜੇਕਰ ਇੰਜ ਹੁੰਦਾ ਹੈ ਤਾਂ ਫਿਰ ਤੁਹਾਨੂੰ ਪੂੰਜੀ ਜਟਾਉਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਇਹ ਉਹ ਜਵਾਬ ਨਹੀਂ ਹੈ ਜਿਸ ਦੀ ਜ਼ਿਆਦਾਤਰ MBA ਵਿਦਿਆਰਥੀਆਂ ਨੂੰ ਤਲਾਸ਼ ਹੁੰਦੀ ਹੈ। ਜ਼ਿਆਦਾਤਰ ਨੂੰ ਤਾਂ ਕਿਸੇ ਜਾਦੂਈ ਫਾਰਮੂਲੇ, ਕਿਸੇ ਰਹੱਸਮਈ ਨੁਸਖੇ ਜਾਂ ਅਮੀਰ ਬਣਨ ਦੀ ਫਟਾਫਟ ਵਪਾਰਕ ਯੋਜਨਾ ਦੀ ਤਲਾਸ਼ ਰਹਿੰਦੀ ਹੈ। ਮੇਰੇ ਇਸ ਜਵਾਬ ਦੀ ਆਸ ਤਾਂ ਸ਼ਾਇਦ ਉਹਨਾਂ ਦੇ ਟੀਚਰਾਂ ਨੂੰ ਵੀ ਨਹੀਂ ਹੁੰਦੀ ਕਿਉਂਕਿ ਜਦੋਂ ਮੈਂ ਇਹ ਗੱਲ ਬੋਲਦਾ ਹਾਂ ਤਦੋਂ ਉਹ ਤਿਲਮਿਲਾ ਰਹੇ ਹੁੰਦੇ ਹਨ। ਕਿਉਂਕਿ ਭਾਵੇਂ ਉਹ ਉਦਮਤਾ ਸਿਖਾਉਂਦੇ ਹਨ ਲੇਕਿਨ ਉਹਨਾਂ ਵਿੱਚੋਂ ਜ਼ਿਆਦਾਤਰ ਆਪ ਉਦਮੀ ਨਹੀਂ ਹੁੰਦੇ। ਉਹਨਾਂ ਕੋਲ ਤਾਂ ਸਥਾਈ ਤਨਖਾਹ ਵਾਲੀ ਸਥਾਈ ਨੌਕਰੀ ਹੁੰਦੀ ਹੈ ਅਤੇ ਉਹ ਲੰਮੇ ਸਮੇਂ ਤੱਕ ਉਹੀ ਕੰਮ ਕਰਨ ਦੀ ਆਸ ਰੱਖਦੇ ਹਨ। ਮੇਰਾ ਮੁੱਦਾ ਇਹ ਨਹੀਂ ਹੈ ਕਿ ਹਰ ਕਾਰੋਬਾਰ ਲਈ ਤੁਹਾਨੂੰ ਪੂੰਜੀ ਜਟਾਉਣੀ ਪੈਂਦੀ ਹੈ। ਅਸਲ ਵਿੱਚ ਜਿਸ ਬਿਜ਼ਨਸ ਮਾਡਲ ਬਾਰੇ ਮੈਂ ਤੁਹਾਨੂੰ ਇਸ ਪੁਸਤਕ ਰਾਹੀਂ ਦੱਸਣ ਵਾਲਾ ਹਾਂ ਉਸ ਵਿੱਚ ਆਪਣਾ ਵਪਾਰ ਸ਼ੁਰੂ ਕਰਨ ਲਈ ਪੂੰਜੀ ਜਟਾਉਣ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਇਹ ਕੰਮ ਤਾਂ ਤੁਹਾਡੇ ਲਈ ਕੋਈ ਦੂਜਾ ਹੀ ਕਰ ਚੁੱਕਿਆ ਹੈ ਲੇਕਿਨ ਤੁਹਾਨੂੰ ਆਪਣਾ ਕਾਰੋਬਾਰ ਆਪ ਸਥਾਪਿਤ ਕਰਨਾ ਪੈਂਦਾ ਹੈ। ਮੇਰਾ ਮੂਲ ਮੁੱਦਾ ਇਹ ਹੈ ਕਿ ਉਦਮੀ ਦੀ ਇਸ ਪਰਿਭਾਸ਼ਾ ਉੱਤੇ ਗੌਰ ਕਰੋ। ਤੁਸੀਂ ਚੀਜ਼ਾਂ ਨੂੰ ਘਟਤ ਕਰਵਾਉਂਦੇ ਹੋ। ਤੁਸੀਂ ਯਾਤਰਾਵਾਂ ਦੀ ਲਾਈਨ ਤੋਂ ਬਾਹਰ ਨਿਕਲਦੇ ਹੋ, ਬੱਸ ਦੇ ਅਗਲੇ ਹਿੱਸੇ ਤੱਕ ਚਲੇ ਜਾਂਦੇ ਹੋ ਅਤੇ ਆਪਣੇ ਜੀਵਨ ਦੀ ਡਰਾਈਵਿੰਗ ਸੀਟ ਉੱਤੇ ਬੈਠ ਜਾਂਦੇ ਹੋ। ਉਦਮੀ ਬਣਨ ਲਈ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ? ਉਦਮੀ ਹੀ ਸੰਸਾਰ ਦੇ ਸਭ ਤੋਂ ਅਮੀਰ ਲੋਕ ਹੁੰਦੇ ਹਨ। ਅਸੀਂ ਕੁਝ ਮਸ਼ਹੂਰ ਉਦਮੀਆਂ ਦੇ ਨਾਂ ਜਾਣਦੇ ਹਾਂ ਜਿਵੇਂ ਰਿਚਰਡ ਬ੍ਰਾਂਸਨ ਅਤੇ ਡੋਨਾਲਡ ਟਰੰਪ, ਓਪਰਾ ਵਿਨਫਰੇ ਅਤੇ ਸਟੀਵ ਜੌਬਸ, ਰੂਪਰਟ ਮਰਡੌਕ ਅਤੇ ਟੈਡ ਟਰਨਰ। ਲੇਕਿਨ ਸਭ ਤੋਂ ਦੌਲਤਮੰਦ ਉਦਮੀ ਉਹ ਲੋਕ ਹਨ ਜਿਨ੍ਹਾਂ ਬਾਰੇ ਤੁਸੀਂ ਜਾਂ ਮੈਂ ਕਦੇ ਸੁਣਿਆ ਨਹੀਂ ਹੋਵੇਗਾ ਕਿਉਂਕਿ ਮੈਗਜ਼ੀਨਸ ਉਹਨਾਂ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੀਆਂ। ਉਹ ਸ਼ਾਂਤੀ ਨਾਲ ਆਪਣਾ ਅਮੀਰੀ ਜੀਵਨ ਜਿਉਂਦੇ ਰਹਿੰਦੇ ਹਨ। ਮੈਂ ਅਕਸਰ ਲੋਕਾਂ ਨੂੰ ਬਹਿਸ ਕਰਦੇ ਸੁਣਿਆ ਹੈ, ਉਦਮੀ ਪੈਦਾ ਹੁੰਦੇ ਹਨ ਜਾਂ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ। ਕੁਝ ਲੋਕ ਸੋਚਦੇ ਹਨ ਕਿ ਖਾਸ ਲੋਕ ਹੀ ਉਦਮੀ ਬਣ ਸਕਦੇ ਹਨ ਜਾਂ ਇਸ ਲਈ ਕਿਸੇ ਜਾਦੂਈ ਚੀਜ਼ ਦੀ ਲੋੜ ਹੁੰਦੀ ਹੈ। ਮੇਰੇ ਖਿਆਲ ਨਾਲ ਉਦਮੀ ਬਣਨਾ ਇੰਨਾ ਵੱਡਾ ਮਸਲਾ ਨਹੀਂ ਹੈ, ਬਸ ਤੁਸੀਂ ਇਸ ਨੂੰ ਕਰ ਦਿੰਦੇ ਹੋ। ਆਓ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ। ਮੇਰੇ ਇਲਾਕੇ ਵਿੱਚ ਇੱਕ ਮੁਟਿਆਰ ਹੈ ਜਿਸ ਦਾ ਬੇਬੀ ਸਿਟਿੰਗ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ। ਉਸਨੇ ਜੂਨੀਅਰ ਹਾਈ ਸਕੂਲ ਦੀਆਂ ਨਾਲ ਪੜ੍ਹਨ ਵਾਲੀਆਂ ਆਪਣੀਆਂ ਸਹੇਲੀਆਂ ਨੂੰ ਇਸ ਕੰਮ ਵਿੱਚ ਨਿਯੁਕਤ ਕਰ ਰੱਖਿਆ ਹੈ। ਉਹ ਇੱਕ ਉਦਮੀ ਹੈ। ਇੱਕ ਹੋਰ ਮੁੰਡਾ ਸਕੂਲ ਤੋਂ ਬਾਅਦ ਛੋਟੇ-ਮੋਟੇ ਕੰਮਾਂ ਦਾ ਕਾਰੋਬਾਰ ਕਰਦਾ ਹੈ। ਉਹ ਇੱਕ ਉਦਮੀ ਹੈ। ਜ਼ਿਆਦਾਤਰ ਬੱਚਿਆਂ ਦੇ ਮਨਾਂ ਵਿੱਚ ਡਰ ਨਹੀਂ ਹੁੰਦਾ ਜਦੋਂ ਕਿ ਜ਼ਿਆਦਾਤਰ ਵੱਡਿਆਂ ਦੇ ਮਨ ਵਿੱਚੋਂ ਡਰ ਤੋਂ ਇਲਾਵਾ ਕੁਝ ਹੋਰ ਨਹੀਂ ਹੁੰਦਾ। ਅੱਜ ਇਹੋ ਜਿਹੇ ਕਰੋੜੋਂ ਹੀ ਲੋਕ ਹਨ ਜਿਹੜੇ ਆਪਣੀ ਨੌਕਰੀ ਨੂੰ ਛੱਡ ਕੇ ਉਦਮੀ ਬਣਨ ਅਤੇ ਆਪਣਾ ਕਾਰੋਬਾਰ ਚਲਾਉਣ ਦੇ ਸੁਪਨੇ ਦੇਖਦੇ ਹਨ। ਲੇਕਿਨ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕਾਂ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਜਾਂਦਾ ਹੈ, ਹਕੀਕਤ ਨਹੀਂ ਬਣ ਪਾਉਂਦਾ। ਤਾਂ ਸਵਾਲ ਇਹ ਹੈ, ਇੰਨੇ ਸਾਰੇ ਲੋਕ ਉਦਮੀ ਬਣਨ ਦੇ ਆਏ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਸਫਲ ਕਿਉਂ ਹੋ ਜਾਂਦੇ ਹਨ? ਮੇਰਾ ਇੱਕ ਮਿੱਤਰ ਬਿਹਤਰੀਨ ਹੇਅਰ ਸਟਾਈਲਿਸਟ ਹੈ। ਔਰਤਾਂ ਨੂੰ ਸੋਹਣਾ ਬਣਾਉਣ ਦੇ ਮਾਮਲੇ ਵਿੱਚ ਉਹ ਜਾਦੂਗਰ ਹੈ। ਸਾਲਾਂ ਤੋਂ ਉਹ ਆਪਣਾ ਸੈਲੂਨ ਖੋਲਣ ਦੀਆਂ ਗੱਲਾਂ ਕਰ ਰਿਹਾ ਹੈ। ਉਸ ਕੋਲ ਵੱਡੀਆਂ ਯੋਜਨਾਵਾਂ ਹਨ ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਉਹ ਹੁਣ ਵੀ ਛੋਟੇ ਪੈਮਾਨੇ ਉੱਤੇ ਕੰਮ ਕਰ ਰਿਹਾ ਹੈ। ਉਹ ਇੱਕ ਵੱਡੇ ਸੈਲੂਨ ਵਿੱਚ ਇੱਕ ਕੁਰਸੀ ਉੱਤੇ ਕੰਮ ਅਤੇ ਸੈਲੂਨ ਦੇ ਮਾਲਕ ਨਾਲ ਨੋਕ ਝੋਕ ਕਰਦਾ ਰਹਿੰਦਾ ਹੈ। ਮੇਰੇ ਇੱਕ ਹੋਰ ਮਿੱਤਰ ਦੀ ਪਤਨੀ
ਕਹਾਣੀ ਹੈ ਜਿਹੜੀ ਫਲਾਈਟ ਅਟੈਂਡੈਂਟ ਦਾ ਕੰਮ ਕਰਦੇ ਕਰਦੇ ਉਕਤਾ ਗਈ ਹੈ। 2 ਸਾਲ ਪਹਿਲਾਂ ਉਸਨੇ ਨੌਕਰੀ ਛੱਡ ਦਿੱਤੀ ਅਤੇ ਹੇਅਰ ਸਟਾਈਲਿਸ਼ ਬਣਨ ਦੀ ਸਿਖਲਾਈ ਲਈ। 1 ਮਹੀਨੇ ਪਹਿਲਾਂ ਉਸਨੇ ਆਪਣੇ ਸਲੂਨ ਦਾ ਬੜਾ ਸ਼ਾਨਦਾਰ ਉਦਘਾਟਨ ਕੀਤਾ। ਇੱਥੇ ਦਾ ਮਾਹੌਲ ਬਿਹਤਰੀਨ ਹੈ ਅਤੇ ਉਸਨੇ ਉੱਥੇ ਕੰਮ ਕਰਨ ਲਈ ਕੁਝ ਸਭ ਤੋਂ ਵਧੀਆ ਹੇਅਰ ਸਟਾਈਲਿਸਟ ਨੂੰ ਆਕਰਸ਼ਿਤ ਕਰ ਲਿਆ ਹੈ। ਜਦੋਂ ਮੇਰੇ ਪਹਿਲੇ ਮਿੱਤਰ ਨੇ ਉਸ ਮਹਿਲਾ ਦੇ ਸਲੂਨ ਬਾਰੇ ਸੁਣਿਆ ਤਾਂ ਉਹ ਬੋਲਿਆ, ਉਹ ਸਲੂਨ ਕਿਵੇਂ ਖੋਲ ਸਕਦੀ ਹੈ? ਉਸ ਦੇ ਕੋਲ ਤਾਂ ਕੋਈ ਯੋਗਤਾ ਨਹੀਂ ਹੈ, ਉਸ ਦੇ ਕੋਲ ਇਸ ਦੀ ਪ੍ਰਤਿਭਾ ਵੀ ਨਹੀਂ ਹੈ, ਉਸਨੇ ਨਿਊਯਾਰਕ ਤੋਂ ਸਿਖਲਾਈ ਵੀ ਨਹੀਂ ਲਈ ਹੈ ਜਿੱਥੇ ਮੈਂ ਲਈ ਸੀ। ਇਸ ਤੋਂ ਇਲਾਵਾ ਉਸ ਦੇ ਕੋਲ ਨਾ ਮਾਤਰ ਦਾ ਵੀ ਅਨੁਭਵ ਨਹੀਂ ਹੈ। ਦੇਖਣਾ, ਉਹ 1 ਸਾਲ ਵਿੱਚ ਹੀ ਅਸਫਲ ਹੋ ਜਾਵੇਗੀ। ਹੋ ਸਕਦਾ ਹੈ ਕਿ ਉਹ ਅਸਫਲ ਹੋ ਜਾਵੇ। ਅੰਕੜੇ ਦੱਸਦੇ ਹਨ ਕਿ 90% ਕਾਰੋਬਾਰ ਪਹਿਲੇ 5 ਸਾਲਾਂ ਵਿੱਚ ਨਾਕਾਮਯਾਬ ਹੋ ਜਾਂਦੇ ਹਨ। ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਉਹ ਅਸਫਲ ਨਾ ਹੋਵੇ। ਮੁੱਦੇ ਦੀ ਗੱਲ ਇਹ ਹੈ ਕਿ ਉਹ ਆਪਣਾ ਮਨਪਸੰਦ ਕੰਮ ਕਰ ਰਹੀ ਹੈ। ਉਸਨੇ ਇਹ ਸਮਝ ਲਿਆ ਹੈ ਕਿ ਹਿੰਮਤ ਨਾਲ ਹੀ ਸਾਡੇ ਜੀਵਨ ਨੂੰ ਆਕਾਰ ਦੇਣ ਦੀ ਪ੍ਰਬਲ ਸ਼ਕਤੀ ਹੁੰਦੀ ਹੈ। ਆਪਣੀ ਪ੍ਰਤਿਭਾ ਨੂੰ ਖੋਜਣ, ਵਿਕਸਿਤ ਕਰਨ ਅਤੇ ਸੰਸਾਰ ਨੂੰ ਦੇਣ ਲਈ ਹਿੰਮਤ ਦੀ ਲੋੜ ਹੁੰਦੀ ਹੈ। ਅਮਰੀਕਾ ਦੇ ਜਿਹੜੇ ਲੋਕ $3 ਮਿਲੀਅਨ ਤੋਂ ਜ਼ਿਆਦਾ ਦੀ ਲਾਟਰੀ ਜਿੱਤਦੇ ਹਨ, ਉਹਨਾਂ ਵਿੱਚੋਂ 80% ਲੋਕ 3 ਸਾਲਾਂ ਦੇ ਅੰਦਰ ਹੀ ਦਿਵਾਲੀਆ ਹੋ ਜਾਂਦੇ ਹਨ। ਕਿਉਂਕਿ ਸਿਰਫ ਪੈਸੇ ਨਾਲ ਹੀ ਤੁਸੀਂ ਅਮੀਰ ਨਹੀਂ ਬਣਦੇ। ਇਹ ਲੋਕ ਆਪਣੇ ਚੈਕਿੰਗ ਅਕਾਊਂਟਸ ਦੇ ਅੰਕੜੇ ਜੋੜ ਸਕਦੇ ਹਨ, ਲੇਕਿਨ ਉਹ ਸਿਰਫ ਅੰਕੜਿਆਂ ਨਾਲ ਤਦੋਂ ਤੱਕ ਅਮੀਰ ਨਹੀਂ ਬਣ ਸਕਦੇ ਜਦੋਂ ਤੱਕ ਉਹ ਆਪਣੇ ਸੋਚਣ ਦੇ ਤਰੀਕੇ ਨੂੰ ਨਾ ਬਦਲ ਲੈਣ। ਤੁਹਾਡਾ ਦਿਮਾਗ ਅਨੰਤ ਹੈ। ਇਹ ਤਾਂ ਤੁਹਾਡੇ ਸ਼ੱਕ ਹਨ ਜਿਹੜੇ ਤੁਹਾਨੂੰ ਸੀਮਤ ਕਰ ਰਹੇ ਹਨ। ਐਟਲਸ ਸ਼੍ਰੇਗੜ ਦੀ ਲਿਖਾਰੀ ਆਇਨ ਰੈਂਡ ਨੇ ਕਿਹਾ ਸੀ, ਸੰਪਤੀ ਜਾਂ ਦੌਲਤ ਕਿਸੇ ਮਨੁੱਖ ਦੀ ਸੋਚਣ ਦੀ ਸਮਰੱਥਾ ਦਾ ਨਤੀਜਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਜੀਵਨ ਨੂੰ ਬਦਲਣ ਲਈ ਤਿਆਰ ਹੋ ਤਾਂ ਮੈਂ ਤੁਹਾਡੀ ਜਾਣ ਪਛਾਣ ਇੱਕ ਇਹੋ ਜਿਹੇ ਮਾਹੌਲ ਨਾਲ ਕਰਵਾਉਣ ਜਾ ਰਿਹਾ ਹਾਂ ਜਿਹੜਾ ਤੁਹਾਡੇ ਦਿਮਾਗ ਨੂੰ ਸੋਚਣ ਅਤੇ ਤੁਹਾਨੂੰ ਜ਼ਿਆਦਾ ਅਮੀਰ ਬਣਨ ਦਾ ਮੌਕਾ ਪ੍ਰਦਾਨ ਕਰੇਗਾ। ਵੱਡੇ ਹੋ ਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ? ਜਦੋਂ ਮੈਂ ਬੱਚਾ ਸੀ ਤਾਂ ਮੇਰੇ ਅਸਲ ਡੈਡੀ ਅਕਸਰ ਮੈਨੂੰ ਸਕੂਲ ਜਾਣ ਅਤੇ ਚੰਗੇ ਗ੍ਰੇਡ ਲਿਆਉਣ ਦੀ ਸਲਾਹ ਦਿੰਦੇ ਸਨ ਤਾਂ ਕਿ ਮੈਨੂੰ ਸੁਰੱਖਿਅਤ ਨੌਕਰੀ ਮਿਲ ਸਕੇ। ਉਹ ਮੇਰੀ ਪ੍ਰੋਗਰਾਮਿੰਗ ਈ ਕੁਆਡਰੈਂਟ ਵਿੱਚ ਕਰ ਰਹੇ ਸਨ। ਦੂਜੇ ਪਾਸੇ ਮੇਰੀ ਮਾਂ ਮੈਨੂੰ ਡਾਕਟਰ ਜਾਂ ਵਕੀਲ ਬਣਨ ਲਈ ਪ੍ਰੇਰਿਤ ਕਰਦੀ ਸੀ। ਉਹ ਕਹਿੰਦੀ ਸੀ, ਇਸ ਤਰ੍ਹਾਂ ਤੁਹਾਡੇ ਕੋਲ ਹਮੇਸ਼ਾ ਇੱਕ ਕਿੱਤਾ ਰਹੇਗਾ ਅਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਆਵੇਗੀ। ਉਹ ਮੇਰੀ ਪ੍ਰੋਗਰਾਮਿੰਗ ਐਸ ਕੁਆਡਰੈਂਟ ਵਿੱਚ ਕਰ ਰਹੀ ਸੀ। ਅਮੀਰ ਡੈਡੀ ਨੇ ਮੈਨੂੰ ਦੱਸਿਆ ਕਿ ਜੇਕਰ ਮੈਂ ਅੱਗੇ ਚੱਲ ਕੇ ਅਮੀਰ ਬਣਨਾ ਚਾਹੁੰਦਾ ਹਾਂ ਤਾਂ ਮੈਨੂੰ ਕਾਰੋਬਾਰੀ ਅਤੇ ਨਿਵੇਸ਼ਕ ਬਣਨਾ ਚਾਹੀਦਾ ਹੈ। ਉਹ ਮੇਰੀ ਪ੍ਰੋਗਰਾਮਿੰਗ ਬੀ ਅਤੇ ਆਈ ਕੁਆਡਰੈਂਟ ਵਿੱਚ ਕਰ ਰਹੇ ਸਨ। ਜਦੋਂ ਮੈਂ ਵੀਅਤਨਾਮ ਤੋਂ ਮੁੜਿਆ ਤਾਂ ਮੈਨੂੰ ਇਹ ਤੈਅ ਕਰਨਾ ਸੀ ਕਿ ਮੈਂ ਕਿਸ ਦੀ ਸਲਾਹ ਮੰਨਾਂ। ਤੁਹਾਡੇ ਸਾਹਮਣੇ ਵੀ ਇਹੀ ਵਿਕਲਪ ਹੈ। ਜੇਕਰ ਤੁਸੀਂ ਆਪਣਾ ਵਪਾਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਇੱਕ ਕਾਰਨ ਹੈ ਆਪਣੇ ਸਵੈਮਾਨ ਨੂੰ ਵਾਪਸ ਪਾਉਣਾ। ਇਸ ਦੇ ਮਹੱਤਵ ਨੂੰ ਘੱਟ ਕਰਕੇ ਨਾ ਦੇਖੋ। ਇਹ ਦੁਨੀਆ ਤੰਗ ਕਰਨ ਵਾਲਿਆਂ ਅਤੇ ਛੋਟੀ ਮਾਨਸਿਕਤਾ ਵਾਲੇ ਲੋਕਾਂ ਨਾਲ ਭਰੀ ਪਈ ਹੈ। ਭਾਵੇਂ ਉਹ ਤੁਹਾਡਾ ਬੌਸ ਹੋਵੇ, ਮੈਨੇਜਰ ਹੋਵੇ, ਗੁਆਂਢੀ ਹੋਵੇ ਜਾਂ ਮਿੱਤਰ। ਤੁਸੀਂ ਇਹ ਨਹੀਂ ਚਾਹੁੰਦੇ ਕਿ ਉਹ ਤੁਹਾਨੂੰ ਆਪਣੇ ਇਸ਼ਾਰਿਆਂ ਤੇ ਨਚਾਉਣ। ਤੁਸੀਂ ਆਪਣੇ ਜੀਵਨ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹੋ। ਤੁਸੀਂ ਇੰਨੇ ਹਿੰਮਤੀ ਬਣਨਾ ਚਾਹੁੰਦੇ ਹੋ ਕਿ ਤੁਹਾਨੂੰ ਦੂਜੇ ਲੋਕਾਂ ਦੇ ਇਸ਼ਾਰੇ ਤੇ ਨੱਚਣ ਜਾਂ ਕੰਮ ਕਰਨ ਦੀ ਲੋੜ ਹੀ ਨਾ ਰਹੇ। ਤੁਸੀਂ ਆਪਣੇ ਲਈ ਸੋਚਣ ਅਤੇ ਕੰਮ ਕਰਨ ਦੀ ਸੁਤੰਤਰਤਾ ਪਾਉਣਾ ਚਾਹੁੰਦੇ ਹੋ। ਰੇਸਿੰਗ ਕਾਰ ਵਾਲਾ ਮਸਤਿਸ਼ਕ। ਹੁਣ ਆਓ ਉਹੀ ਸਵਾਲ ਦੁਬਾਰਾ ਪੁੱਛਦੇ ਹਾਂ, ਤੁਸੀਂ ਕਿੱਥੇ ਰਹਿੰਦੇ ਹੋ? ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਕੈਸ਼ ਫਲੋ ਕੁਆਡਰੈਂਟ ਨੂੰ ਛੱਡ ਕੇ ਦੂਜੇ ਕੈਸ਼ ਫਲੋ ਕੁਆਡਰੈਂਟ ਵਿੱਚ ਪਹੁੰਚਣ ਦਾ ਕੀ ਅਰਥ ਹੁੰਦਾ ਹੈ। ਇਹ ਇੱਕ ਹੋਰ ਤਰ੍ਹਾਂ ਦੀ ਘਾੜਤ ਨਹੀਂ ਹੈ, ਇਹ ਤਾਂ ਜੀਵਨ ਪ੍ਰਤੀ ਇੱਕ ਵੱਖਰੀ ਪਹੁੰਚ ਹੈ। ਹਾਂ, ਇਹ ਕਾਰੋਬਾਰ ਬਾਰੇ ਹੈ, ਲੇਕਿਨ ਦਰਅਸਲ ਇਹ ਕਾਰੋਬਾਰ ਬਾਰੇ ਵੀ ਨਹੀਂ ਹੈ। ਇਹ ਤਾਂ ਕੇਵਲ ਬਾਹਰਲੇ ਰੂਪ ਹਨ। ਘੋੜੇ ਪਾਲਣ ਵਾਲੇ ਕਿਸੇ ਵਿਅਕਤੀ ਨੂੰ ਰੇਸਿੰਗ ਕਾਰ ਦੇ ਸਟੀਅਰਿੰਗ ਵੀਲ ਉੱਤੇ ਬਿਠਾ ਦੇਣ ਨਾਲ ਉਹ ਰੇਸਿੰਗ ਕਾਰ ਦਾ ਡਰਾਈਵਰ ਤਾਂ ਨਹੀਂ ਬਣ ਜਾਂਦਾ। ਇਸ ਲਈ ਉਸ ਨੂੰ ਰੇਸਿੰਗ ਕਾਰ ਡਰਾਈਵਰ ਵਰਗੀਆਂ ਯੋਗਤਾਵਾਂ, ਸਿਖਲਾਈ ਅਤੇ ਸਭ ਤੋਂ ਮਹੱਤਵਪੂਰਨ ਗੱਲ ਮਾਨਸਿਕਤਾ ਦੀ ਲੋੜ ਹੁੰਦੀ ਹੈ। ਇਹੀ ਤੁਹਾਡੇ ਆਰਥਿਕ ਜੀਵਨ ਬਾਰੇ ਸੱਚ ਹੈ। ਤੁਹਾਨੂੰ ਉਦਮੀ ਦੀ ਮਾਨਸਿਕਤਾ ਨੂੰ ਅਪਣਾਉਣ ਦੀ ਲੋੜ ਹੈ। ਸੰਖੇਪ ਵਿੱਚ ਇਹ ਉਹ ਮਾਨਸਿਕਤਾ ਹੈ ਉਦਮੀ ਆਪਣੇ ਆਪ ਤੈਅ ਕਰਦਾ ਹੈ। ਤੁਸੀਂ ਚੀਜ਼ਾਂ ਨੂੰ ਘਟਤ ਕਰਵਾਉਂਦੇ ਹੋ, ਜਿਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਇਲਾਵਾ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਨੂੰ ਦੋਸ਼ ਨਹੀਂ ਦਿੰਦੇ। ਇਹ ਗੱਲ ਨਹੀਂ ਹੈ ਕਿ ਤੁਹਾਨੂੰ ਸਿਫਰ ਤੋਂ ਹੀ ਸਾਰਾ ਕੰਮ ਕਰਨਾ ਹੋਵੇਗਾ ਜਿਵੇਂ ਮੈਂ ਆਪਣੇ ਕਾਰੋਬਾਰਾਂ ਵਿੱਚ ਕੀਤਾ ਸੀ। ਨਹੀਂ, 21ਵੀਂ ਸਦੀ ਦੇ ਕਾਰੋਬਾਰ ਦੀ ਇੱਕ ਸੁੰਦਰਤਾ ਇਹ ਵੀ ਹੈ ਕਿ ਉਸ ਕਾਰੋਬਾਰ ਦਾ ਸਾਰਾ ਜ਼ਮੀਨੀ ਕੰਮ ਦੂਜੇ ਲੋਕ ਤੁਹਾਡੇ ਖਾਤਰ ਪਹਿਲਾਂ ਤੋਂ ਹੀ ਕਰ ਚੁੱਕੇ ਹੁੰਦੇ ਹਨ ਅਤੇ ਤੁਹਾਡੀ ਸਹਾਇਤਾ ਲਈ ਅਨੁਭਵੀ ਲੀਡਰਜ਼ ਰਹਿੰਦੇ ਹਨ ਜਿਹੜੇ ਤੁਹਾਨੂੰ ਮਾਰਗਦਰਸ਼ਨ ਦੇਣ ਅਤੇ ਸਫਲ ਬਣਾਉਣ ਲਈ ਸਮਰਪਿਤ ਹੁੰਦੇ ਹਨ। ਲੇਕਿਨ ਇਹ ਸਮਝਣ ਵਿੱਚ ਕੋਈ ਗਲਤੀ ਨਾ ਕਰੋ, ਜੇਕਰ ਤੁਸੀਂ ਇਸ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਹੈ। ਇਹ ਤੁਸੀਂ ਹੀ ਹੋਵੋਗੇ ਜਿਹੜੇ ਆਪਣੇ ਆਪ ਨੂੰ ਕਾਮਯਾਬ ਬਣਾਓਗੇ ਅਤੇ ਇਸ ਲਈ ਤੁਹਾਨੂੰ ਉਦਮ ਵਾਲੀ ਮਾਨਸਿਕਤਾ ਰੱਖਣੀ ਹੋਵੇਗੀ। ਜੇਕਰ ਤੁਹਾਡੇ ਵਿੱਚ ਉਦਮੀ ਹੋਣ ਦੀ ਮਾਨਸਿਕਤਾ ਨਹੀਂ ਹੈ ਤਾਂ ਕਾਰੋਬਾਰ ਭਾਵੇਂ ਕਿੰਨਾ ਚੰਗਾ ਹੋਵੇ ਜਾਂ ਤੁਹਾਡੇ ਅਧਿਆਪਕ ਕਿੰਨੇ ਮਹਾਨ ਹੋਣ, ਉਸ ਕਾਰੋਬਾਰ ਵਿੱਚ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਪੁਸਤਕ ਦੇ ਦੂਜੇ ਹਿੱਸੇ ਵਿੱਚ ਅਸੀਂ ਜਿਸ ਬਿਜ਼ਨਸ ਮਾਡਲ ਨੂੰ ਦੇਖਾਂਗੇ ਉਹ ਇੱਕ ਰੇਸਿੰਗ ਕਾਰ ਹੈ, ਲੇਕਿਨ ਉਸ
ਦੇ ਸਟੀਅਰਿੰਗ ਵੀਲ ਪਿੱਛੇ ਤੁਸੀਂ ਬੈਠੇ ਹੋ। ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਤੁਹਾਡੇ ਬਾਰੇ ਹੈ ਕਿ ਤੁਸੀਂ ਸਟੀਅਰਿੰਗ ਵੀਲ ਨੂੰ ਸਾਂਭਣ ਲਈ ਤਿਆਰ ਹੋ। ਕੀ ਤੁਹਾਡੇ ਕੋਲ ਉਹ ਸਾਰਾ ਕੁਝ ਹੈ ਜਿਸ ਦੀ ਲੋੜ ਹੈ।